ठीक है थोड़ी बुक दे पेज नंबर 93 ਦੇ ਉੱਪਰ ਹੈ ਠੀਕ ਹੈ ਐਨਸੀਈਆਰਟੀ ਦੀ ਬੁੱਕ ਜਿਹੜੀ ਹੈ ਉਹਦੇ 93 ਪੇਜ ਨੰਬਰ ਦੇ ਉੱਪਰ ਇਹ ਚੈਪਟਰ ਹੈ ਸੋ ਇਹਨਾਂ ਨੇ ਕੀ ਕਿਹਾ ਵਾ ਕੁਝ ਆਪਾਂ ਡੇਲੀ ਲਾਈਫ ਦੇ ਵਿੱਚ ਦੇਖਦੇ ਆ ਚੀਜ਼ਾਂ ਇਹੋ ਜਿਹੀਆਂ ਕਿ ਜਿਹੜੇ ਪੈਟਰਨਸ ਬਣੇ ਹੁੰਦੇ ਆ ਜਿਵੇਂ ਕੋਈ ਫਲਾਵਰ ਲੈ ਲਓ ਉਹਦੇ ਜਿੰਨੇ ਵੀ ਪੈਟਲ ਹਨਾ ਹੁੰਦੇ ਛੋਟੇ ਛੋਟੇ ਉਹ ਇੱਕੋ ਜਿਹੇ ਹੁੰਦੇ ਨਾ ਸਾਰੇ ਸੇਮ ਇੱਕੋ ਜਿੰਨੀ ਕਿਵੇਂ ਦੂਰੀ ਤੇ ਲੱਗੇ ਹੁੰਦੇ ਆ ਆਪਸ ਤੋਂ ਹਨਾ ਜਿੱਦਾਂ ਇੱਕ ਲੀਵ ਬ੍ਰਾਂਚ ਲੈ ਲਓ ਟਾਣੀ ਉਹਦੇ ਉੱਤੇ ਪੱਤੇ ਇੱਕ ਦਿਨੀ ਦੂਰੀ ਤੇ ਲੱਗੇ ਹੁੰਦੇ ਨਾ ਸੇਮ ਡਿਸਟੈਂਸ ਦੇ ਉੱਪਰ ਇਸ ਤਰੀਕੇ ਦੇ ਨਾਲ ਆਪਣੇ ਆਲੇ ਦੁਆਲੇ ਕਈ ਚੀਜ਼ਾਂ ਵਾ ਜਿਹੜੀਆਂ ਪੈਟਰਨ ਦੇ ਵਿੱਚ ਅਕਰ ਕਰਦੀਆਂ ਵਾ ਕਿਸੇ ਨਾ ਕਿਸੇ ਸੀਰੀਜ਼ 'ਚ ਹੋਣਗੀਆਂ ਜਾਂ ਪੈਟਰਨ 'ਚ ਹੋਣਗੀਆਂ ਸੋ ਉਹਦਾ ਕੀ ਹੈ ਇੱਕ ਐਗਜ਼ਾਮਪਲ ਦਿੱਤੀ ਹੈ ਇੱਥੇ ਇਹਨਾਂ ਨੇ ਫਸਟ ਐਗਜ਼ਾਮਪਲ ਕੀ ਹੈ ਕੁਝ ਐਗਜ਼ਾਮਪਲਸ ਦਊਂਗਾ ਮੈਂ ਇੱਥੇ ਇੱਕ ਫਸਟ ਐਗਜ਼ਾਮਪਲ ਤੁਹਾਡੀ ਬੁੱਕ 'ਚ ਜੋ ਗਿਵਨ ਹੈ ਇਹਦੇ ਵਿੱਚ ਕੀ ਕਿਹਾ ਗਿਆ ਆ ਇਸ ਐਗਜ਼ਾਮਪਲ ਦੇ ਅਕੋਰਡਿੰਗ रीना एक लड़की है ठीक है की नाम है रीना रीना एक लड़की आ उसने किते जॉब लिए अप्लाई किया उन्होंने जॉब सिलेक्शन हो गई जॉब मिल गई जॉब कितनी मिली ₹8,000 मंथली पर मंथ 8,000 पर मंथ उसकी जॉब हो गई हर महीने का 8,000 रुपया मिलूगा ते 500 रुपए प्लस 500 रुपीज ਜਿਹੜੇ ਸੀਗੇ ਉਹਦਾ ਇੰਕਰੀਮੈਂਟ ਹੋਣਾ ਸੀਗਾ ਹਰ ਸਾਲ ਬਾਅਦ ਠੀਕ ਹੈ ਜੀ ਇਹਦਾ ਮਤਲਬ ਕੀ ਹੋਇਆ ਜੇ ਪਹਿਲੇ ਸਾਲ ਉਹਦੀ ਤਨਖਾਹ ਕਿੰਨੀ ਆ 8,000 ਰੁਪਇਆ ਦੂਸਰੇ ਸਾਲ ਕਿੰਨੀ ਹੋ ਜਾਏਗੀ ਤਨਖਾਹ 8,500 ਤੀਸਰੇ ਸਾਲ ਕਿੰਨੀ ਹੋ ਜਾਏਗੀ 9,000 ਚੌਥੇ ਸਾਲ ਕਿੰਨੀ ਹੋ ਜਾਏਗੀ 9,500 ਐਂਡ सो इस तरीके ਦੇ ਨਾਲ चली जाएगा क्लियर है हाँ दूसरी एग्जांपल की है दूसरी एग्जांपल इन्होंने लैडर की दी है मान लो एक पौड़ी है साडे कोल ठीक है इस तरीके दे नाल वो पौड़ी है उपरों छोटी है थल्लों चौड़ी है इस तरीके नाल डंडे है ठीक है हुण की क्या गया है ये जो लैडर है इसका जो पहला स्टैप है सब तो उसका जो ये डिस्टेंस है वो कितना आ 45 सेंटीमीटर 45 सेंटीमीटर पहला स्टेप कितना आ 45 सेंटीमीटर सेकंड स्टेप का कितना है घट गया वो कितना रह गया 43 सेंटीमीटर इस तो नेक्स्ट फिर घट गया वो कितना रह गया 41 सेंटीमीटर इस तो फिर घट गया 39 सेंटीमीटर एंड सो ऑन इस तरीके के नाल घटता गया क्लियर है फिर थर्ड एग्जांपल की गल करिए थर्ड जी सेविंग स्कीम वाली इतने ये मैं एग्जांपल दे रहा इन्होंने की किया है चलो इन्होंने दो एग्जांपल करिए और फिर ज्यादा कंफ्यूजिंग ना हो थोड़ी ठीक है जस्ट इन्होंने दो एग्जांपल तो गल करिए हुण इहदे विच देखो ये टर्म्स है ना 1 2 3 4 1 2 3 4 है ना दो एग्जांपल का पहली टर्म की 8,000 दूसरी की 8,500 तीसरी की 9,000 फिर 9,500 इन्हां च देखो की चीज आ जो कंजीक्यूटिव टर्म्स आ कंजीक्यूटिव टर्म का मतलब पता कि नहीं पता कंजीक्यूटिव का नाल लगदी एक छड्ड के जिद्दां कंजीक्यूटिव हुंदा एक दे नाल दा किहड़ा हुंदा दो दो दा कंजीक्यूटिव किहड़ा हुंदा वा 3 भी हुंदा ते 1 भी हुंदा ठीक है 3 दा कंजीक्यूटिव किहड़े किहड़े हुंदे 4 ते जिहड़े उहदे नाल दे आ ठीक है हुण की कहंदा आ जिहड़े कंजीक्यूटिव टर्म्स आ ना ये पहली टर्म आ ये दूसरी टर्म आ इनू असीं लिखीदा वा A1 करके A1 आ ए की A2 आ A3 आ ए की A4 आ टर्म्स का नाम आ जां इनू तुसीं A1 A2 A करके भी लिख सकते हैं जां तुसीं लिख सकते हैं T1 T2 T3 टर्म 1 टर्म 2 टर्म 3 टर्म 4 एंड सो ऑन क्लियर
ਹੁਣ ਦੇਖੋ ਇਹਦੇ ਚ ਏਪੀ ਦਾ ਮਤਲਬ ਕੀ ਹੈ, ਅਰਿਥਮੈਟਿਕ ਪ੍ਰੋਗਰੈਸ਼ਨ। ਅਰਿਥਮੈਟਿਕ ਪ੍ਰੋਗਰੈਸ਼ਨ ਦੇ ਵਿੱਚ ਕੀ ਹੈ, ਕਈ ਪੈਟਰਨ, ਇੱਕ ਪੈਟਰਨ ਆ ਨਾ, ਕੋਈ ਸਮਝ ਆ ਰਿਹਾ, ਪਹਿਲਾਂ 8000 ਸੀਗਾ, ਫਿਰ 500 ਵੱਧ ਗਿਆ, ਫਿਰ ਹੋਰ ਕੀ ਵੱਧ ਗਿਆ, ਫਿਰ 500 ਵਧਿਆ, 9000 ਹੋ ਗਿਆ, ਫਿਰ 9500 ਹੋ ਗਿਆ। ਹੁਣ ਇੱਕ ਅਗਲੀ ਐਗਜ਼ਾਮਪਲ ਦੇਖੋ, ਇਹਦੇ ਚ ਕੀ ਆ, 45 ਆ, ਇਹ ਚੋਂ 2 ਘਟ ਗਿਆ, 43 ਰਹਿ ਗਿਆ, ਫਿਰ 2 ਘਟਿਆ, ਫਿਰ ਕਿੰਨਾ ਰਹਿ ਗਿਆ 41, ਫਿਰ ਇਹਦੇ ਚ ਹੋਰ 2 ਘਟ ਗਏ ਤੇ ਕਿੰਨਾ ਰਹਿ ਗਿਆ 39। ਇਹ ਚੀਜ਼ ਸਮਝ ਆ ਗਈ। ਅਰਿਥਮੈਟਿਕ ਪ੍ਰੋਗਰੈਸ਼ਨ ਕੀ ਹੁੰਦਾ ਆ, ਇਹ ਇੱਕ ਸੀਰੀਜ਼ ਹੁੰਦੀ ਆ ਜਾਂ ਇੱਕ ਪੈਟਰਨ ਹੁੰਦਾ ਵਾ, ਜਿਹਦੇ ਵਿੱਚ ਕੀ ਹੁੰਦਾ ਆ, ਪਹਿਲਾਂ ਇੱਕ ਟਰਮ ਹੁੰਦੀ ਹੈ a, ਜਿਹੜੀ t1 ਹੁੰਦੀ ਆ ਨਾ ਫਸਟ ਟਰਮ, ਉਹਨੂੰ ਅਸੀਂ ਕੀ ਕਹਿੰਦੇ ਆ a ਆ। ਉਸ ਤੋਂ ਅੱਗੇ ਜਿੰਨੀਆਂ ਵੀ ਟਰਮਸ ਆ ਉਹਨਾਂ ਦੇ ਵਿੱਚ ਕੋਈ ਨਾ ਕੋਈ ਡਿਫਰੈਂਸ d। ਹੁਣ ਇਹਨਾਂ ਦੇ ਵਿੱਚ ਡਿਫਰੈਂਸ ਕੀ ਆ ਦੱਸੋ ਮੈਨੂੰ, ਇਹਦੇ ਚ ਡਿਫਰੈਂਸ ਕੀ ਆ, ਇਹਨਾਂ ਦੋ ਟਰਮਸ ਕੀ ਡਿਫਰੈਂਸ ਆ, ਪਹਿਲੀਆਂ ਇਹਨਾਂ ਚ ਦੱਸੋ ਮੈਨੂੰ, t1 ਤੇ t2 ਚ ਕੀ ਡਿਫਰੈਂਸ ਆ ਨਵਲੀਨ। ਟਰਮ 1 ਤੇ ਟਰਮ 2, 8000 ਤੇ 8500 ਚ ਕਿੰਨਾ ਡਿਫਰੈਂਸ ਆ, ਹਾਂ 8500 ਤੇ 9000 ਚ ਕਿੰਨਾ ਡਿਫਰੈਂਸ ਆ, 9000 ਤੇ 9500 ਚ ਕਿੰਨਾ ਡਿਫਰੈਂਸ ਆ। ਦੇਖੋ ਹਰ ਕੰਜ਼ੀਕਿਊਟਿਵ ਟਰਮ ਦੇ ਵਿੱਚ 500 ਦਾ ਡਿਫਰੈਂਸ ਆ ਨਾ, ਇਹਨਾਂ ਦੋਨਾਂ ਚ ਵੀ 500 ਆ, ਇਹਨਾਂ ਚ ਵੀ 500 ਦਾ ਡਿਫਰੈਂਸ ਆ, ਇਹਨਾਂ ਚ ਵੀ 500 ਦਾ ਡਿਫਰੈਂਸ ਆ। ਹੁਣ ਇਹਨਾਂ ਦੋਨਾਂ ਚ ਦੱਸੋ ਮੈਨੂੰ ਕਿੰਨਾ ਡਿਫਰੈਂਸ ਆ, ਇਹ ਜੋ ਦੋ ਟਰਮਸ ਆ ਇਹਨਾਂ ਚ ਕੀ ਡਿਫਰੈਂਸ ਆ, ਹਾਂਜੀ 1 सेंटीमीटर, 1 2 पॉजिटिव के जे 45 आ ਤੇ ਇਹਦੇ ਚ 2 ਜੋੜ ਦੀ ਵਧਾ ਦਈਏ ਤੇ 47 ਹੋ ਜਾਣਾ, -2 -2 ਹੈ ਨਾ, ਇਹਨਾਂ ਦੋਨਾਂ ਚ ਵੀ -2 ਦਾ ਡਿਫਰੈਂਸ ਆ, ਇਹਨਾਂ ਦੋਵਾਂ ਚ ਵੀ ਕੀ ਆ -2 ਆ, ਇਹਦੇ ਚ ਫਿਰ -2 ਕੀਤੇ ਤੇ ਇੰਨਾ ਆ ਗਿਆ, ਕਲੀਅਰ ਹੈ। ਹਾਂ ਹੁਣ ਇੱਕ ਚੀਜ਼ ਇੱਥੇ ਦੇਖਿਓ, ਅਰਿਥਮੈਟਿਕ ਪ੍ਰੋਗਰੈਸ਼ਨ ਕੀ ਹੁੰਦੀ ਆ, ਅਰਿਥਮੈਟਿਕ ਪ੍ਰੋਗਰੈਸ਼ਨ ਕੀ ਹੁੰਦੀ ਆ, ਇੱਕ ਇਦਾਂ ਦੀ ਸੀਰੀਜ਼ ਹੁੰਦੀ ਆ ਜਿਹਦੇ ਵਿੱਚ ਕੁਝ ਟਰਮਸ ਹੁੰਦੀਆਂ ਵਾ, ਟਰਮਸ ਨੂੰ ਆਪਾਂ ਕੀ ਕਹਿੰਦੇ t1 t2 t3 t4 ਐਂਡ ਸੋ ਔਨ, ਠੀਕ ਹੈ। ਹਰ ਟਰਮ ਦੇ ਵਿੱਚ ਜਿਹੜਾ ਡਿਫਰੈਂਸ ਆ ਉਹ ਸੇਮ ਰਹੂਗਾ, ਸਮਝ ਗਏ, ਹਰ ਟਰਮ ਦੇ ਵਿੱਚ ਡਿਫਰੈਂਸ ਸੇਮ ਰਹੂਗਾ। ਸੋ ਇਹ ਇਹਨੂੰ ਆਪਾਂ ਕਹਿੰਦੇ a ਆ, ਜਿਹੜੀ ਟਰਮ 1 ਹੁੰਦੀ ਆ ਉਹਨੂੰ ਹਮੇਸ਼ਾ ਕੀ ਕਹਿੰਦੇ ਆ a, ਸਮਝ ਗਏ। ਟਰਮ 2 ਨੂੰ ਕੀ ਹੋਏਗੀ ਦੱਸੋ ਹੁਣ ਮੈਨੂੰ, ਜੇ d ਡਿਫਰੈਂਸ ਆ ਤੇ ਟਰਮ 2 ਕੀ ਹੋਏਗੀ ਦੱਸੋ ਮੈਨੂੰ ਜਲਦੀ, ਟਰਮ ਪਹਿਲੀ ਤਾਂ ਹੈਗੀ a, ਟਰਮ 2 ਕੀ ਹੋਏਗੀ, ਟਰਮ 2 ਕੀ ਹੋਏਗੀ ਵੀ, ਨਵਲੀਨ ਦੱਸੋ ਟਰਮ 2 ਕੀ ਹੋਏਗੀ, ਨਹੀਂ ਪਤਾ ਬਹੁ, ਆ ਦੇਖੋ ਇਹਨਾਂ ਦੋਨਾਂ, ਟਰਮ 1 ਸੀਗੀ ਆ ਟਰਮ 2 ਸੀਗੀ, ਇਹਨਾਂ ਸਾਰਿਆਂ ਦੇ ਵਿੱਚ ਕਾਮਨ ਡਿਫਰੈਂਸ ਕੀ ਸੀਗਾ 500 ਦਾ। ਜੇ ਟਰਮ ਫਸਟ 8000 ਆ ਤੇ ਟਰਮ 2 ਕੀ ਹੋਏਗੀ 8000 ਪਲੱਸ 500 ਹੋਏਗੀ ਕਿ ਨਹੀਂ, 8500 ਆ ਗਿਆ। ਜੇ ਪਹਿਲੀ ਟਰਮ a ਆ ਤੇ ਦੂਜੀ ਟਰਮ ਕੀ ਹੋਏਗੀ a ਪਲੱਸ b, ਹੋਏਗੀ ਕਿ ਨਹੀਂ ਹੋਏਗੀ। थर्ड टर्म दसो की होगी, टर्म थर्ड की होगी, टर्म 3 की होगी, ए प्लस ई एफ, नहीं 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 गल सुनो, पहला तो मेरी एक गल तुहानू मैं क्लीयर नहीं है। देखो ए बी सी डी, ए बी सी डी नहीं है इत्थे, ਇਹ ਧਿਆਨ ਚ ਰੱਖ ਲਓ, ਇਹ ABCD ਨਹੀਂ ਚੱਲ ਰਹੀ, ਇਹ ਅਸੀਂ ਕੀ ਹੈ ਕਿਸੇ ਨੰਬਰ ਨੂੰ ਡਿਨੋਟ ਕੀਤਾ ਵਾ, ਇਹ ਵੇਰੀਏਬਲ ਲਿਆ ਹੈ, ਠੀਕ ਹੈ।
ਉਸ ਤੋਂ ਬਾਅਦ d ਵੀ ਇੱਕ ਵੇਰੀਏਬਲ ਆ, ਜਿਹੜੀ ਤੁਹਾਡੇ ਸਮ ਜਿੰਨੇ ਵੀ ਬੁੱਕ ਦੇ ਵਿੱਚ ਹੋਣਗੇ ਉਹਨਾਂ ਨੂੰ ਡਿਫਰੈਂਸ ਨੂੰ d ਕਹੀਦਾ ਵਾ, ਪਹਿਲੀ ਟਰਮ ਨੂੰ a ਕਹੀਦਾ ਵਾ। ਠੀਕ ਹੈ ਦੇਖੋ ਆਪਾਂ ਮੈਥ ਪੜ੍ਹ ਰਹੇ ਆ, ਇੰਗਲਿਸ਼ ਨਹੀਂ ਪੜ੍ਹ ਰਹੇ, ਇਹ ਚੀਜ਼ ਧਿਆਨ ਰੱਖਣੀ ਹੈ। ਹੁਣ ਜੇ ਮੇਰੇ ਕੋਲ ਪਹਿਲੀ ਟਰਮ a ਆ, ਮੰਨ ਲਓ 8000 ਆ, ਦੂਸਰੀ ਟਰਮ ਕੀ ਹੋਏਗੀ 8000 ਪਲੱਸ ਇਹਦੇ ਨਾਲ ਕੀ ਕੀਤਾ ਮੈਂ 500, ਜਿਹੜਾ ਡਿਫਰੈਂਸ ਸੀਗਾ ਉਹ ਪਲੱਸ ਕਰਤਾ। ਠੀਕ ਹੈ ਹੁਣ ਤੀਸਰੀ ਟਰਮ ਦੇਖੋ, ਇਹ ਦੂਸਰੀ ਟਰਮ ਬਣ ਗਈ a plus d, ਇਹ ਕਿੰਨਾ ਹੈ 8500। ਹੁਣ ਤੀਸਰੀ ਟਰਮ ਕੀ ਹੋਏਗੀ a plus d plus d, ਇੱਕ ਹੋਰ d ਨਹੀਂ ਪਲੱਸ ਕਰ ਦਈਏ ਵਿੱਚ, ਜੇ ਟਰਮ 2 ਆ a plus d, ਇਹ ਟਰਮ 2 ਬਣ ਗਈ ਸਾਰੀ, ਇਹ ਪੂਰੀ ਦੀ ਪੂਰੀ ਕੰਪਲੀਟ ਕੀ ਬਣ ਗਈ, ਇੱਕ ਟਰਮ ਕੀ ਬਣ ਗਈ, ਟਰਮ 2 ਬਣ ਗਈ। ਤੇ ਜੇ ਮੈਂ ਇਹਦੇ ਵਿੱਚ a plus d ਦੇ ਵਿੱਚ ਇੱਕ ਹੋਰ d ਪਲੱਸ ਕਰਦਾ ਡਿਫਰੈਂਸ, ਤਾਂ ਟਰਮ 3 ਨਹੀਂ ਬਣ ਗਈ। ਦੇਖੋ 8000 ਸੀਗਾ ਪਲੱਸ ਡਿਫਰੈਂਸ ਕੀਤਾ 8500 ਹੋ ਗਿਆ, फिर एक होर डिफरेंस प्लस करता 9000 हो गया। आ समझ आई कि नहीं गल इन्नी नवलीन, ये पता लग गया। सो टर्म ए की होया a plus 2d, इन्ना क्लियर है। हुण टर्म 4 की होएगी, टर्म 4 की होएगी भाई, a plus d plus d plus d, शाबाश। सो कितने d हो गए, a plus 3d, क्लियर है। हुण मैं ये देखो ये चीज, शाबाश, ये समझ गए। रॉबिन तेनों नहीं पता लगा ये गल दा, पहली की सी ए, की होएगी a plus d, तीसरी की होएगी a plus 2d, चौथी की होएगी a 3d। ਹੁਣ ਇੱਥੇ 4 ਆ, ਤੇ ਮੈਂ ਇਸ ਇਕੁਏਸ਼ਨ ਨੂੰ ਵੀ ਇਦਾਂ ਦਾ ਬਣਾਉਣਾ ਚਾਹੁੰਦਾ ਕਿ ਇੱਥੇ ਵੀ 4 ਆ ਜਾਏਗੀ ਇਸ ਤਰੀਕੇ ਨਾਲ, ਇੱਥੇ ਕੀ ਆ ਜੇ 4 ਆ, 3 ਵਾ, ਇੱਥੇ ਕੀ ਬਣਾਉਣਾ ਚਾਹੁੰਦਾ ਮੈਂ 3 ਆ ਜੇ। ਸੋ ਮੈਂ ਇਹਨੂੰ ਇਸ ਤਰੀਕੇ ਨਾਲ ਲਿਖ ਸਕਦਾ, ਦੇਖਿਓ ਇਹਦੇ ਵਿੱਚ ਲਿਖ ਕੇ ਦਿਖਾਉਣਾ ਪਹਿਲਾਂ, ਇੱਥੇ ਮੈਂ ਲਿਖ ਸਕਦਾ t, ਸੋ t4 ਤਾਂ ਹੈ ਹੀ ਹੈ ਸਾਡੇ ਕੋਲ, ਦਿਸ ਇੰਪਲਾਈਜ਼ t4 is equal to a plus 4 minus 1 ਤੇ d, ਇਦਾਂ ਲਿਖ ਸਕਦਾ ਇਹਨੂੰ मैं 3 ਦੀ ਜਗ੍ਹਾ ਤੇ ਕੀ ਲਿਖਤਾ 4 minus 1, ਸੇਮ ਹੀ ਗੱਲ ਆ, ਕੋਈ ਪ੍ਰੋਬਲਮ ਤਾਂ ਨਹੀਂ ਆਈ। ਅੱਛਾ ਇਹਨੂੰ ਕਿੱਦਾਂ ਲਿਖੂੰਗਾ ਫਿਰ ਮੈਂ t3 ਨੂੰ, ਦੱਸੋ ਇੱਥੇ a plus 2d ਹੀ ਨਾ, ਇਹਨੂੰ ਮੈਂ ਕੀ ਲਿਖੂੰਗਾ a plus 3 minus 1 ਤੇ d, ਸ਼ਾਬਾਸ਼। ਇਹਨੂੰ ਕਿੱਦਾਂ ਲਿਖੂੰਗਾ ਮੈਂ t2 ਨੂੰ, ਹੈ a plus, ਇਹ ਤਾਂ ਰਹੇਗਾ ਨਾ 2 minus 1 ਤੇ d, ਤੇ ਇਹਨੂੰ ਕਿੱਦਾਂ ਲਿਖੂੰਗਾ ਮੈਂ t1 ਨੂੰ a plus, ਹਾਂਜੀ ਦੱਸੋ 1, ਇੱਥੇ 1 ਵਾ ਤੇ 1 minus 1 0d ਹੋ ਗਿਆ, d ਨਾਲ 0 ਮਲਟੀਪਲਾਈ ਹੋ ਗਿਆ ਤੇ 0 ਹੋ ਜਾਣਾ ਸਾਰਾ, t1 a ਬਣ ਗਿਆ, ਸਿੱਧਾ ਲੱਗ ਗਿਆ ਪਤਾ। ਮੰਨ ਲਓ tn मतलब ਜਾਂ tn ਆਪਾਂ ਫਾਈਂਡ ਆਊਟ ਕਰਨਾ, tn ਕੀ nth ਟਰਮ। ਹੁਣ ਜਿੱਦਾਂ ਮੈਂ ਤੁਹਾਨੂੰ ਕਹਿ ਦਿੰਦਾ ਵਾ ਸੈਕਿੰਡ ਟਰਮ, ਮੰਨ ਲਓ ਤੁਹਾਨੂੰ a ਵੀ ਦਿੱਤਾ ਵਾ, ਠੀਕ ਹੈ, ਤੁਹਾਨੂੰ d ਵੀ ਦਿੱਤਾ ਵਾ। a ਆ ਵੀ ਤੁਹਾਡੀ ਪਹਿਲੀ ਟਰਮ 3 ਵਾ, ਡਿਫਰੈਂਸ ਕੀ ਆ 4 ਆ ਦੋਵਾਂ ਦੇ ਵਿੱਚ, ਠੀਕ ਹੈ, ਹਰ ਟਰਮ ਦੇ ਵਿੱਚ 4 ਡਿਫਰੈਂਸ ਆ। ਤੇ ਮੈਂ ਤੁਹਾਨੂੰ ਕਹਿਣਾ ਵਾ ਵੀ ਤੁਸੀਂ ਮੈਨੂੰ 10ਵੀਂ ਟਰਮ ਫਾਈਂਡ ਆਊਟ ਕਰਕੇ ਵਿਖਾਓ, ਜਾਂ tn ਫਾਈਂਡ ਆਊਟ ਕਰਕੇ ਵਿਖਾਓ, t10 ਤੁਸੀਂ ਕੀ ਫਾਈਂਡ ਆਊਟ ਕਰਕੇ ਦਿਖਾਓ, t10। ਤੁਸੀਂ ਫਾਰਮੂਲਾ ਕੀ ਲਗਾਓਗੇ, ਇਜ਼ ਇਕੁਅਲ ਟੂ, ਇਹਦਾ ਇਹ ਤੋਂ ਫਾਰਮੂਲਾ ਬਣਾ ਲਓ, ਇਹ ਤੋਂ ਸੇਮ ਫਾਰਮੂਲਾ ਬਣਾ ਲਓ, tn ਸੀਗਾ, ਇੱਥੇ t4 ਸੀਗਾ, n ਦੀ ਜਗ੍ਹਾ ਤੇ ਕੀ ਆ ਗਿਆ, 4 ਦੀ ਜਗ੍ਹਾ ਤੇ n ਆ ਗਿਆ, a प्लस ਇੱਥੇ ਕੀ ਆ ਜਾਏਗਾ 4 ਦੀ ਜਗ੍ਹਾ ਤੇ ਕੀ ਆ ਜਾਏਗਾ n minus 1 ਤੇ t। ਇਹ ਪਤਾ ਲੱਗਾ ਫਾਰਮੂਲਾ ਕਿ ਨਹੀਂ, ਇਹ ਫਾਰਮੂਲਾ ਆ। ਕੋਈ ਵੀ ਤੁਹਾਨੂੰ ਕੋਈ ਕਹਿ ਦੇ ਵੀ
10वीं टर्म फाइंड आउट करके दिखाओ, 20वीं टर्म फाइंड आउट करके दिखाओ, 30th टर्म फाइंड आउट करके दिखाओ, तो तुसी की करना वा n ਦੀ ਜਗ੍ਹਾ ਤੇ ਜਿੰਨੀ ਵੀ ਟਰਮ ਕਹੀ ਹੋਊਗੀ ਫਾਈंड ਆਊਟ ਕਰਨਾ, ਜੇ ਪੰਜਵੀਂ ਕਹੀ ਹੋਊਗੀ ਛੇਵੀਂ ਕਹੀ ਹੋਊਗੀ ਉਹ ਚ ਭਰੀ ਜਾਣੀ। ਇੱਥੇ 6 ਭਰੋਗੇ ਇਜ਼ ਇਕੁਅਲ ਟੂ a ਪਲੱਸ n ਦੀ ਜਗ੍ਹਾ ਤੇ ਫਿਰ 6 ਆ ਜਾਏਗਾ -1 ਤੇ d ਆ ਜਾਏਗਾ। a ਤੇ a ਦੀ ਵੈਲਿਊ ਦਿੱਤੀ ਹੋਏਗੀ ਤੇ d ਦੀ ਵੈਲਿਊ ਤੁਹਾਨੂੰ ਦਿੱਤੀ ਹੋਏਗੀ। ਕਲੀਅਰ ਹੋਇਆ ਕਿ ਨਹੀਂ ਹੁਣ? ਕਿੱਥੇ ਲੱਗ ਗਿਆ? a plus n minus 1d ਇਹ ਫਾਰਮੂਲਾ ਹੁੰਦਾ ਤੁਹਾਡਾ nth ਟਰਮ ਦਾ। nth ਕਿਹਨੂੰ ਕਹੀਦਾ ਵਾ? ਜਿਹੜਾ ਵੀ ਤੁਹਾਨੂੰ ਪੁੱਛ ਲੇ ਕੋਈ। ਜੇ 5th ਵਾ ਉਹਨੇ ਕਿਹਾ 5th ਟਰਮ ਫਾਈਂਡ ਆਊਟ ਕਰੋ ਤੇ 5th ਕੀ ਬਣ ਜੂਗੀ? nth। ਪਤਾ ਲੱਗ ਗਿਆ? n ਆਪਾਂ ਇੱਕ ਵੇਰੀਏਬਲ ਲਿਆ ਵਾ, ਇਹ ਸਮਝ ਜਿਓ ਹੁਣ ਗੱਲ। ਜੇ ਕੋਈ ਹੋਰ, ਜੇ ਕਿਸੇ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਪੁੱਛੋ। ਇਹ ਗੱਲ ਸਮਝ ਆ ਗਈ? ਤੇ ਹੋਰ ਦੇਖ ਲਾ ਮੈਂ ਇਹਦੇ ਵਿੱਚ ਤੁਹਾਨੂੰ ਕੀ ਦੱਸਣ ਵਾਲਾ ਵਾ। ਠੀਕ ਹੈ, ਇਹਨੂੰ ਇਰੇਜ਼ ਕਰਦਾ। ਹੁਣ ਇੱਕ ਚੀਜ਼ ਹੋਰ ਦੇਖੋ ਇੱਥੇ, ਇਹ ਕੀ ਕਹਿੰਦੇ ਆ, ਆਪਣੇ ਕੋਲ ਕੀ ਫਾਰਮੂਲਾ ਬਣਿਆ ਸੀਗਾ? an ਵੀ ਲਿਖ ਸਕਦੇ ਹਾਂ nth ਟਰਮ, ਜਾਂ tn ਵੀ ਲਿਖ ਸਕਦੇ ਹਾਂ, ਠੀਕ ਹੈ। ਸੋ an ਕੀ ਆ, ਜੋ nth ਟਰਮ ਆ ਉਹਦਾ ਫਾਰਮੂਲਾ ਕੀ ਆ? a plus n-1 ਤੇ d। ਇਹ ਫਾਰਮੂਲਾ ਯਾਦ ਰੱਖਣਾ ਜੇ ਤੁਸੀਂ ਇਹ ਹੱਲ ਕਰਨਾ। ਇੱਕ ਹੋਰ ਕੁਝ ਦੱਸਣਾ। ਹੁਣ ਇੱਥੇ ਇੱਕ ਸਮ ਕਰਦੇ ਆ ਆਪਾਂ, ਇਹ ਤੁਹਾਨੂੰ ਥੋੜਾ ਜਿਹਾ ਕਲੀਅਰ ਹੋ ਜਾਏਗਾ ਇਹਦੇ ਨਾਲ ਹੀ ਜਿਹੜਾ ਆਪਾਂ ਇਹ ਕੀਤਾ ਹੁਣ। ਦੇਖੋ ਸੈਕਿੰਡ ਸਮ ਹੈ, ਇੱਥੇ ਤੁਸੀਂ ਦੇਖ ਸਕਦੇ ਹੋ ਸੈਕਿੰਡ ਦੇ ਵਿੱਚ ਕੀ ਕਿਹਾ ਗਿਆ ਹੈ? ਰਾਈਟ ਫਸਟ 4 ਟਰਮਸ ਆਫ AP when the first term of the first term a and the common difference t are given as follow। ਹੁਣ ਸਾਨੂੰ ਕੀ ਹੈ? ਸੈਕਿੰਡ ਸਮ ਦਾ a ਪਾਰਟ ਦੇਖੋ, ਠੀਕ ਹੈ। ਇਹਦੇ ਵਿੱਚ ਕੀ ਦਿੱਤਾ ਆ? ਇੱਕ ਤਾਂ ਦਿੱਤਾ ਆ a ਸਾਨੂੰ ਦਿੱਤਾ ਆ ਕਿੰਨਾ ਆ? a 10 ਤੇ ਡਿਫਰੈਂਸ d ਹਰ ਟਰਮ ਦਾ ਕਿੰਨਾ ਹੋਏਗਾ? ਉਹ ਵੀ ਕਿੰਨਾ ਹੋਏਗਾ? 10 ਹੋਏਗਾ। ਹੁਣ ਸਾਨੂੰ ਫਾਈਂਡ ਆਊਟ ਕੀ ਕਰਨ ਨੂੰ ਕਿਹਾ ਵਾ? ਫਸਟ 4 ਟਰਮਸ ਫਾਈਂਡ ਆਊਟ ਕਰਨ ਦੇ ਲਈ ਕਿਹਾ ਗਿਆ। ਕੋਈ ਵੀ ਟਰਮ ਫਾਈਂਡ ਆਊਟ ਕਰਨੀ ਹੋਵੇ ਤੇ ਉਹਦਾ ਫਾਰਮੂਲਾ ਕੀ ਲਗਾਈਦਾ ਆ? an is equal to a plus n-1 ਬ੍ਰੈਕਟ ਤੇ d, ਇਹੀ ਫਾਰਮੂਲਾ ਲਗਾਈਦਾ। ਸੋ ਆਪਾਂ a1 ਫਾਈਂਡ ਆਊਟ ਕਰੀਏ। ਮੰਨ ਲਓ a ਪਹਿਲੀ ਹੁੰਦੀ ਹੈ, ਚਾਹੇ ਉਦਾਂ ਇੱਕ ਕਰਕੇ ਦੇਖ ਲਓ, ਠੀਕ ਆ। a1 ਤੇ a ਸੇਮ ਹੀ ਆ, ਪਹਿਲੀ ਟਰਮ ਇਹ ਕੀ ਹੋਏਗਾ? a plus 1-1 ਤੇ d ਵੈਲਿਊ ਸਬਸਟੀਟਿਊਟ ਕਰੀਏ। a ਦੀ ਵੈਲਿਊ ਕਿੰਨੀ ਆ? 10 plus 1-1 ਕਿੰਨਾ ਹੁੰਦਾ? 0 ਤੇ d ਦੀ ਵੈਲਿਊ ਕਿੰਨੀ ਆ? 10 ਤੇ 0 ਮਲਟੀਪਲਾਈ ਹੋ ਜਾਣਗੇ ਤੇ ਸਾਡੇ ਕੋਲ ਕਿੰਨਾ ਆ ਜਾਏਗਾ? ਇੱਥੇ ਸਿਰਫ 10। ਸੋ a1 ਕਿੰਨਾ ਆ ਗਿਆ ਸਾਡੇ ਕੋਲ? 10 ਹੀ ਗਿਵਨ ਸੀਗਾ ਪਹਿਲੀ ਟਰਮ। ਕਲੀਅਰ ਹੈ? ਹੁਣ ਆਪਾਂ ਕੀ ਫਾਈਂਡ ਆਊਟ ਕਰਨਾ ਵਾ? ਇਹ ਹੋ ਗਈ ਫਸਟ ਟਰਮ। a2 ਦੀ ਗੱਲ ਕਰੀਏ, n ਦੀ ਜਗ੍ਹਾ ਤੇ ਆਪਾਂ ਕੀ ਭਰ ਦੇਣਾ ਵਾ? 2। ਇੱਥੇ a ਆ ਗਿਆ ਪਲੱਸ n ਦੀ ਜਗ੍ਹਾ ਤੇ ਕੀ ਭਰ ਦੇਣਾ? 2 -1 ਤੇ d। a ਦੀ ਵੈਲਿਊ ਕਿੰਨੀ ਸੀਗੀ? 10 plus 2 - 1 1 ਤੇ ਮਲਟੀਪਲਾਈ ਕੀ ਹੋਣਾ ਇਹਦੇ ਨਾਲ? d ਦੀ ਕਿੰਨੀ ਵੈਲਿਊ ਆ? 10। ਸੋ ਕਿੰਨੀ ਆ ਗਈ ਇੱਥੇ? 10 plus 1 10 ਦਾ 10। ਸੋ ਸਾਡੇ ਕੋਲ ਕਿੰਨੀ ਵੈਲਿਊ ਆ ਗਈ? 10 plus 10 20। ਸੈਕਿੰਡ ਵੈਲਿਊ ਕੀ ਆ ਗਈ ਆ? 20। ਸੈਕਿੰਡ ਟਰਮ a2 ਹੋ ਗਈ ਸੈਕਿੰਡ ਟਰਮ। a3 ਦੀ ਜੇ ਗੱਲ ਕਰੀਏ, ਉਹਦਾ ਵੀ ਸੇਮ ਫਾਰਮੂਲਾ ਯੂਜ਼ ਕਰਨਾ ਇਹੀ। a ਦੀ ਜਗ੍ਹਾ ਤੇ ਕੀ ਭਰਨਾ ਸੀ? 10
प्लस n की जगह की भर देना 3 माइनस 1 ते d की जगह की भर देना 10। सॉल्व करके देखो 10 प्लस 3 माइनस 1 2 मल्टीप्लाई 10 10 आ गया इतने प्लस 2 10 सा 20 10 प्लस 20 कितना हो गया 30। क्लियर है ये फर्स्ट टर्म फाइंड आउट होगी ये सेकंड टर्म फाइंड आउट होगी ये थर्ड टर्म फाइंड आउट होगी उन्होंने पहले चार टर्म फाइंड आउट करने क्या ना फोर्थ टर्म की होएगी ए फोर कितना फाइंड आउट होएगी फिर उदा ही ए कितना है 10 प्लस n माइनस 1 n इतने कितना आ गया 4 4 माइनस 1 ते d की वैल्यू भी कितनी है 10 साडे कोल की आ गया 10 प्लस 4 माइनस 1 कितना आ गया 3 मल्टीप्लाई 10 तो साडे कोल इतनी वैल्यू की होगी 10 प्लस 30 सो वैल्यू कितनी आ गई इतने 40। ਹੁਣ ਇਹ ਚਾਰੋਂ ਟਰਮਸ ਨੂੰ ਅਸੀਂ ਇੱਥੇ ਇਸ ਏਪੀ ਦੀਆਂ ਨੂੰ ਲਿਖ ਲੈਣਾ ਸੋ ਕੀ ਟਰਮਸ ਬਣੀਆਂ ਪਹਿਲੀ ਟਰਮ ਕੀ ਆਈ ਸੀਗੀ ਸੋ ਫਰਸਟ 4 terms of AP are पहलियां 4 terms AP ਦੀਆਂ ਕਿਹੜੀਆਂ ਕਿਹੜੀਆਂ ਹੋਈਆਂ ਬਈ ਦੱਸੋ ਜਲਦੀ पहली हुई 10 सेकंड हुई 20 शाबाश थर्ड हुई शाबाश फोर्थ चार टर्म्स क्या चार ਅਸੀਂ फाइंड आउट करनी ਹੁਣ टाइम हैगा कि खत्म हो गया जी टाइम तो खत्म हो गया है ना थोड़ी नेक्स्ट क्लास भी होनी है ये क्लियर हो गया सारा ਹੁਣ एक चीज ਤੁਸੀਂ देखनी ਆ डिफरेंस जिथे है ना जिदा 10 आ ਇਹਦੀ जगह ਤੇ -10 नहीं हो सकता कोई डरने वाली गल नहीं ਤੁਸੀਂ भर देना ठीक है समझ गए ना ਇੱਥੇ ਜਿੱਦਾਂ डिफरेंस हाँ ਆ ਜਿਹੜਾ 10 ਨਾ ਇੱਥੇ ਇਹ ਕੀ ਹੋ ਜਾਏਗਾ -10 ਆ ਜਾਏਗਾ ਇੱਥੇ ਇਹ ਵੀ ਬ੍ਰੈਕਟ ਦੇ ਵਿੱਚ ਇਹ ਮਾਈਨਸ ਇਹਦੇ ਨਾਲ ਜਾ ਕੇ ਮਲਟੀਪਲਾਈ ਹੋਏਗਾ ਇੱਥੇ ਕੀ ਆ ਜਾਏਗਾ ਮਾਈਨਸ ਹੋ ਜਾਏਗਾ ਕਲੀਅਰ ਇਸ ਤਰੀਕੇ ਦੇ ਨਾਲ ਤੁਸੀਂ ਚੇਂजेस ਕਰ ਲੈਣੀਆਂ ਆਟੋਮੈਟਿਕ ਜੇ ਸਾਈਨ ਮਾਈਨਸ ਦਾ ਵਾ ਤਾਂ ਉਹਨੂੰ ਮਾਈਨਸ ਦੇ ਅਕੋਰਡਿੰਗ ਨਹੀਂ ਚੱਲਣਾ ਹਲੇ ਤਾਂ ਇੱਥੇ ਪਲੱਸ ਸੀਗਾ ਤੇ ਇਹ ਕੀ ਆ ਗਿਆ 10 ਸੋ ਫਸਟ ਜਿਹੜੀਆਂ ਆ ਗਈਆਂ ਸਾਡੇ ਕੋਲ 4 ਟਰਮਸ ਆ ਗਈਆਂ ਏਪੀ ਦੀਆਂ ਚਲੋ ਠੀਕ ਹੈ ਜੀ ओके